हाँ जी, वाहेगुरु जी का खालसा वाहेगुरु जी की फतेह। गुरु रूप प्यारी साध संगत जी, ਅੱਜ ਦੀ ਵੀਡੀਓ ਸਿੱਖ ਇਤਿਹਾਸ ਦੀਆਂ ਮਹਾਨ ਘਟਨਾਵਾਂ ਵਿੱਚੋਂ ਇੱਕ ਹੈ। ਅੱਜ ਅਸੀਂ ਗੱਲ ਕਰਾਂਗੇ ਖਿਦਰਾਣੇ ਦੀ ਲੜਾਈ ਬਾਰੇ। ਕਿਵੇਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ਤੇ ਪਹੁੰਚਦੇ ਹਨ ਅਤੇ 40 ਮਾਝੇ ਦੇ ਸਿੰਘ ਜੋ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਨੂੰ ਬੇਦਾਵਾ ਦੇ ਕੇ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ ਅਤੇ ਖਿਦਰਾਣੇ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦੇ ਹਨ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਤਿਹਾਸਿਕ ਜਾਣਕਾਰੀ ਵੱਧ ਤੋਂ ਵੱਧ ਸੰਗਤ ਨਾਲ ਸਾਂਝੀ ਕੀਤੀ ਜਾ ਸਕੇ। ਅਸੀਂ ਸਭ ਜਾਣਦੇ ਹਾਂ ਕਿ ਮਾਘੀ ਦਾ ਜੋੜ ਮੇਲਾ ਮੁਕਤਸਰ ਸਾਹਿਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸਾਧ ਸੰਗਤ ਜੀ, ਮੁਕਤਾ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਆਜ਼ਾਦ, ਬੰਧਨ ਰਹਿਤ, ਜੂਨਾ ਤੋਂ ਰਹਿਤ। ਮੁਕਤਸਰ ਦੀ ਧਰਤੀ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਨਸੀਬ ਹੋਏ ਹਨ, ਆਪਣੇ ਅੰਦਰ ਜ਼ਬਰ ਤੇ ਜ਼ੁਲਮ ਵਿਰੁੱਧ ਜੂਝਣ ਤੇ ਆਪਾਂ ਨਿਸ਼ਾਵਰ ਕਰਨ ਵਾਲੇ ਜੁਝਾਰੂ ਯੋਧਿਆਂ ਦੀ ਮਹਾਨ ਗਾਥਾ ਸਮੇਟੇ ਬੈਠੀ ਹੈ। 40 ਮੁਕਤੇ ਸਿੱਖ ਇਤਿਹਾਸ ਵਿੱਚ ਉਹਨਾਂ ਮੁਕਤਿਆਂ ਨੂੰ ਕਹਾ ਗਿਆ ਹੈ ਜੋ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਤੇ ਸੂਬਾ ਸਰਹੰਦ ਮੁਗਲਾਂ ਦੀ ਲੜਾਈ ਵਿੱਚ ਸ਼ਹੀਦ ਹੋਏ, ਜਿਨ੍ਹਾਂ ਨੇ ਆਪਾ ਵਾਰਿਆ ਹੈ। ਸਿੱਖੀ ਅਰਦਾਸ ਵਿੱਚ 5 ਪਿਆਰੇ 4 ਸਾਹਿਬਜ਼ਾਦਿਆਂ ਤੋਂ ਬਾਅਦ ਇਹਨਾਂ ਸ਼ਹੀਦਾਂ ਦਾ ਨਾਮ ਲਿਆ ਜਾਂਦਾ ਹੈ। ਮੁਕਤਸਰ ਦੀ ਜੰਗ ਗੁਰੂ ਸਾਹਿਬ ਦੀ ਮੁਗਲ ਹਕੂਮਤ ਨਾਲ ਆਖਰੀ ਜੰਗ ਸੀ, ਜਿਸ ਵਿੱਚ ਗੁਰੂ ਸਾਹਿਬ ਨੇ ਫੈਸਲਾਕੁੰਨ ਯੁੱਧ ਕਰਕੇ ਪੂਰੇ ਹਿੰਦੁਸਤਾਨ ਵਿੱਚ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ, ਜਿਸ ਵਿੱਚ 40 ਸਿੱਖਾਂ ਨੇ 500 ਸਾਲ ਪੁਰਾਣੇ ਸਮਰਾਜ ਦੀ ਭਾਰੀ ਗਿਣਤੀ ਦੀ ਫੌਜ ਦਾ ਰਾਹ ਰੋਕ ਲਿਆ ਅਤੇ ਉਸ ਨੂੰ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਮੁਕਤਸਰ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਓਂ ਵਰਖਾ ਦਾ ਪਾਣੀ ਇੱਥੇ ਆ ਕੇ ਜਮ੍ਹਾਂ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿੱਚ ਪਾਣੀ ਦੀ ਬੇਹੱਦ ਘਾਟ ਹੋਣ ਦੇ ਕਾਰਨ ਇਹ ਢਾਬਾ ਆਸ-ਪਾਸ ਦੇ ਲੋਕਾਂ ਦੇ ਲਈ ਪਾਣੀ ਦੀ ਪੂਰਤੀ ਦਾ ਇੱਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਕਿਵੇਂ ਭਾਗ ਲੱਗੇ, ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ ਜਿਸ ਨੂੰ ਬਿਆਨ ਕਰਦਿਆਂ, ਪੜ੍ਹਦਿਆਂ ਤੇ ਸੁਣਦਿਆਂ ਹਰ ਇੱਕ ਇਨਸਾਨ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਨੂੰ ਛੱਡਣ ਤੋਂ ਬਾਅਦ ਮਾਛੀਵਾੜੇ, ਕਟਾਣੀ, ਕਨੇਚ, ਆਲਮਗੀਰ, ਮੋਹੀ, ਭੁਲਾਲ, ਕਮਾਲਪੁਰਾ, ਲੰਮੇ, ਸੀਲੋਵਾਣੀ ਅਤੇ ਰਾਏਕੋਟ ਤੋਂ ਹੁੰਦੇ ਹੋਏ ਦੀਨਾ ਪਹੁੰਚੇ। ਇੱਥੇ ਹੀ ਉਹਨਾਂ ਨੇ ਦੇਸਾਂ ਦੇ ਚੁਬਾਰੇ ਬੈਠ ਕੇ ਔਰੰਗਜ਼ੇਬ ਨੂੰ ਫਤਿਹਨਾਮਾ ਚਿੱਠੀ, ਜਿਸ ਨੂੰ ਜਫਰਨਾਮਾ ਵੀ ਕਿਹਾ ਜਾਂਦਾ ਹੈ, ਲਿਖੀ। ਕਾਫੀ ਚਿਰ ਗੁਰੂ ਸਾਹਿਬ ਦੀਨੇ ਰਹੇ। ਇੱਥੇ ਸੰਗਤਾਂ ਦੀਆਂ ਰੌਣਕਾਂ ਵੀ ਲੱਗਦੀਆਂ, ਉਹ ਘੋੜਸਵਾਰੀ ਵੀ ਕਰਦੇ, ਸ਼ਿਕਾਰ ਵੀ ਖੇਡਣ ਜਾਂਦੇ। ਉਹਨਾਂ ਨੇ ਚੋਖੇ ਬਹਾਦਰ ਸਿਪਾਹੀ ਤਨਖਾਹਦਾਰ ਵੀ ਭਰਤੀ ਕਰ ਲਏ। ਗੁਰੂ ਸਾਹਿਬ ਕੋਲ ਫੌਜ ਤੇ ਸ਼ਸਤਰ ਵੀ ਇਕੱਠੇ ਹੋ ਗਏ। ਕਾਫੀ ਸਿੰਘ ਜੋ ਆਪ ਜੀ ਵਾਸਤੇ ਕੁਰਬਾਨੀ ਦੇਣ ਲਈ ਵੀ ਤਿਆਰ ਸੀ, ਜਿਨ੍ਹਾਂ ਦੀ ਤਨਖਾਹ ਸਿਰਫ 2 ਵਕਤ ਦੀ ਰੋਟੀ। ਗੁਰੂ ਸਾਹਿਬ ਨਾਲ ਸਭ ਆ ਰਲੇ। ਕੁਝ ਤਨਖਾਹਦਾਰ ਫੌਜੀ ਵੀ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਆ ਭਰਤੀ ਹੋਏ। ਵਜ਼ੀਰ ਖਾਂ ਦੀਆਂ ਫੌਜਾਂ, ਪਹਾੜੀ ਰਾਜੇ ਦੀ ਫੌਜਾਂ ਅਤੇ ਲਾਹੌਰ ਸੂਬੇ ਦੀਆਂ ਫੌਜਾਂ ਵਾਹੋ ਵਾਹੀ ਇਹਨਾਂ ਦਾ ਪਿੱਛਾ ਕਰ ਰਹੀਆਂ ਸਨ। ਦੀਨੇ ਵਿੱਚ ਗੁਰੂ ਸਾਹਿਬ ਲੜਨਾ ਨਹੀਂ ਸੀ ਚਾਹੁੰਦੇ ਕਿਉਂਕਿ ਲੜਾਈ ਦਾ ਵਸੋਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਉਹਨਾਂ ਨੇ ਵਸੋਂ ਤੋਂ ਦੂਰ ਅਗਾਹਾਂ ਜੰਗਲ ਵਿੱਚ ਕਿਸੇ ਢੁਕਵੀਂ ਜਗ੍ਹਾ ਤੇ ਲੜਨ ਦਾ ਫੈਸਲਾ ਕੀਤਾ। ਦੀਨੇ ਤੋਂ ਜਾ ਕੇ ਬੁਰਜ ਵਿੱਚ ਜਾ ਡੇਰਾ ਲਾਇਆ। ਇੱਥੋਂ ਢਿਲਵਾਂ ਪਹੁੰਚੇ ਅਤੇ ਭਾਈ ਸਾਧੂ ਕੋਲ, ਜੋ ਪ੍ਰੀਤੀ ਦੀ ਔਲਾਦ ਵਿੱਚੋਂ ਸੀ, ਉਹਨਾਂ ਨੂੰ ਜਾ ਕੇ ਮਿਲੇ। ਭਾਈ ਸਾਧੂ ਗੁਰੂ ਸਾਹਿਬ ਵਾਸਤੇ ਚਿੱਟੇ ਵਸਤਰ ਲੈ ਕੇ ਆਇਆ। ਨੀਲੇ ਵਸਤਰ ਗੁਰੂ ਸਾਹਿਬ ਲੀਰਾਂ ਕਰ ਕਰਕੇ ਅੱਗ ਵਿੱਚ ਸੁੱਟੀ ਗਏ ਤੇ ਕਹਿੰਦੇ ਗਏ ਕਿ ਮੁਗਲ ਰਾਜ ਸੜ ਰਿਹਾ ਹੈ। ਉਧਰ ਜਦ ਬਦਾਵਾ ਦੇ ਕੇ ਜਾਣ ਵਾਲੇ ਸਿੱਖ ਆਪਣੇ ਘਰ ਪੁੱਜੇ ਤਾਂ ਘਰ ਵਾਲੀਆਂ ਨੇ ਉਹਨਾਂ ਨੂੰ ਮੁਸੀਬਤ ਵਕਤ ਗੁਰੂ ਸਾਹਿਬ ਦਾ ਸਾਥ ਛੱਡਣ ਤੇ ਬਹੁਤ ਲਾਹਨਤਾਂ ਪਾਈਆਂ ਤੇ ਸ਼ਰਮਿੰਦਾ ਕੀਤਾ। ਇੱਥੋਂ ਤੱਕ ਕਿ ਆਪਣੀਆਂ ਚੂੜੀਆਂ ਵੀ ਲਾਹ ਕੇ ਉਹਨਾਂ ਅੱਗੇ ਸੁੱਟ ਦਿੱਤੀਆਂ ਕਿ ਤੁਸੀਂ ਇਹ ਪਾ ਕੇ ਚੁੱਲ੍ਹਾ ਚੌਂਕਾ ਸਾਂਭੋ, ਅਸੀਂ ਲੜਾਈ ਵਿੱਚ ਜਾਵਾਂਗੀਆਂ। ਇਹਨਾਂ ਵਿੱਚ ਮਾਈ ਭਾਗ ਕੌਰ ਵੀ ਇੱਕ ਸੀ। ਜਦ ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮਾਈ ਭਾਗ ਕੌਰ ਨੇ ਉਹਨਾਂ ਨੂੰ ਮੁੜ ਗੁਰੂ ਜੀ ਦੇ ਚਰਨੀ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇੜੂ ਹੋਣ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣ ਉਹਨਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਹਨਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿੱਚ ਲੜ ਮਰਨ ਲਈ ਚੱਲ ਪਏ। ਮਾਈ ਭਾਗ ਕੌਰ ਮਰਦਾਵੇਂ ਵੇਸ ਵਿੱਚ ਇਹਨਾਂ ਦੇ ਨਾਲ ਸੀ। ਰਸਤੇ ਵਿੱਚ ਇਹਨਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ ਤਾਂ ਸਿੰਘਾਂ ਦਾ ਖੂਨ ਹੋਰ ਵੀ ਖੋਲ ਗਿਆ ਅਤੇ ਉਹ ਪੁੱਛਦੇ ਪਛਾਣਦੇ ਜਿੱਧਰ ਨੂੰ ਗੁਰੂ ਜੀ ਗਏ ਸਨ ਮਗਰ ਤੁਰ ਪਏ। ਗੁਰੂ ਗੋਬਿੰਦ ਸਿੰਘ ਸਾਹਿਬ ਕਾਂਗੜ ਅਤੇ ਲਾਲ ਭਗਤ ਆਦਿ ਪਿੰਡਾਂ ਤੋਂ ਹੁੰਦੇ ਹੋਏ ਕੋਟਕਪੂਰੇ ਪੁੱਜੇ। ਮੁਗਲ ਸੈਨਾ ਲਗਾਤਾਰ ਭਾਰੀ ਫੌਜ ਅਤੇ ਲਾਓ ਲਸ਼ਕਰ ਨਾਲ ਅਜੇ ਵੀ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀ ਸੀ। ਇੱਥੇ ਇੱਕ ਥਾਂ ਢਾਬ ਦੇ ਵਿਚਕਾਰ ਉੱਚੀ ਥਾਂ ਸੀ। ਗੁਰੂ ਜੀ ਨੇ ਕਪੂਰੇ ਨੂੰ ਕਿਹਾ ਕਿ ਸਾਨੂੰ ਇਸ ਢਾਬ ਕੋਲ ਕਿਲੇ ਵਿੱਚ ਮੋਰਚਾ ਲਗਾ ਕੇ ਵੈਰੀਆਂ ਨਾਲ 2 ਹੱਥ ਕਰ ਲੈਣ ਦਿਓ। ਹਾਲਾਂਕਿ ਕਪੂਰੇ ਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਤੇ ਬਾਅਦ ਵਿੱਚ ਉਸਨੇ ਮਾਫੀਆਂ ਵੀ ਮੰਗੀਆਂ, ਪਰ ਹਕੂਮਤ ਦੇ ਡਰ ਤੋਂ ਉਸਨੇ ਮਨਾ ਕਰ ਦਿੱਤਾ ਤੇ ਕਿਹਾ ਤੁਰਕ ਮੈਨੂੰ ਮਾਰ ਦੇਣਗੇ। ਤਾਂ ਗੁਰੂ ਜੀ ਨੇ ਕਿਹਾ, ਕਪੂਰਿਆ, ਤੈਨੂੰ ਤੁਰਕਾਂ ਨੇ ਫਿਰ ਵੀ ਨਹੀਂ ਛੱਡਣਾ। ਗੁਰੂ ਸਾਹਿਬ ਦਾ ਇਹ ਵਾਕ ਸੱਚ ਹੋਇਆ ਜਦ ਕਪੂਰੇ ਦੇ ਗਵਾਂਢੀ ਈਸਾ ਖਾਨ ਨੇ ਕਪੂਰੇ ਨੂੰ ਲੁੱਟਿਆ ਅਤੇ ਫਾਹੇ ਦੇ ਦਿੱਤਾ। ਗੁਰੂ ਸਾਹਿਬ ਕੋਟਕਪੂਰੇ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ ਲਸ਼ਕਰ ਨਾਲ ਆਪਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ।
ਚੌਧਰੀ ਕਪੂਰ ਚਾਹੇ ਡਰਪੋਕ ਨਿਕਲਿਆ, ਉਸਨੇ ਮੁਗਲਾਂ ਦੇ ਡਰ ਤੋਂ ਗੜੀ ਦੇਣ ਲਈ ਮਨਾ ਵੀ ਕੀਤਾ। ਉਹ ਮੁਗਲ ਫੌਜ ਨਾਲ ਖਿਦਰਾਣੇ ਤੱਕ ਵੀ ਗਿਆ, ਪਰ ਉਸ ਦੀ ਦਿਲੋਂ ਹਮਦਰਦੀ ਗੁਰੂ ਸਾਹਿਬ ਨਾਲ ਸੀ। ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ ਤੇ ਮੁਕਾਬਲਾ ਕਰਨਾ ਠੀਕ ਸਮਝਿਆ। ਸਿਰਫ ਇੱਥੇ ਹੀ ਪਾਣੀ ਸੀ ਅਤੇ ਅੱਗੇ ਕੋਹਾਂ ਦੂਰ ਦੂਰ ਤੱਕ ਖਾਲੀ ਉਜਾੜ ਤੇ ਜੰਗਲ ਸੀ, ਤੇ ਇਸ ਢਾਬ ਤੇ ਗੁਰੂ ਸਾਹਿਬ ਦਾ ਕਬਜ਼ਾ ਸੀ। ਗੁਰੂ ਸਾਹਿਬ ਸੁਨਿਆਰ ਰਮਿਆਣੇ ਤੋਂ ਹੁੰਦੇ ਹੋਏ ਖਦਰਾਣੇ ਵੱਲ ਨੂੰ ਤੁਰ ਪਏ। ਅਜੇ ਉਹ ਰਮਿਆਣੇ ਤੇ ਖਦਰਾਣੇ ਦੇ ਵਿਚਕਾਰ ਹੀ ਪਹੁੰਚੇ ਕਿ ਮਾਝੇ ਦੇ ਸਿੰਘਾਂ ਦੇ ਜਥੇ, ਜੋ ਪਿੰਡ ਦੇ ਚੌਧਰੀਆਂ ਤੇ ਮਸੰਦਾਂ ਨੇ ਭੇਜੇ ਸਨ, ਨਾਲ ਮੇਲ ਹੁੰਦਾ ਹੈ। ਜਥੇ ਨੇ ਗੁਰੂ ਸਾਹਿਬ ਅੱਗੇ ਸ਼ਰਤ ਰੱਖੀ ਕਿ ਤੁਸੀਂ ਜੰਗ ਕਰਨੀ ਛੱਡ ਦਿਓ ਤੇ ਔਰੰਗਜ਼ੇਬ ਨਾਲ ਸੁਲ੍ਹਾ ਕਰ ਲਓ। ਤਾਂ ਦਸਮ ਪਿਤਾ ਜੀ ਨੇ ਕਿਹਾ ਕਿ ਹੁਣ ਸੁਲ੍ਹਾ ਨਹੀਂ ਹੋ ਸਕਦੀ, ਜਦ ਸਭ ਕੁਝ ਖਤਮ ਹੋ ਗਿਆ ਹੈ। ਉਸ ਵੇਲੇ ਤੁਸੀਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ? ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਿਆਰੇ ਸਿੰਘ ਸ਼ਹੀਦ ਹੋ ਗਏ। ਇਹ ਸੰਗਤਾਂ ਗੁਰੂ ਸਾਹਿਬ ਨੂੰ ਪਿੱਠ ਦਿਖਾ ਕੇ ਵਾਪਸ ਜਾ ਰਹੀਆਂ ਸਨ। ਇੱਥੇ ਝਬਾਲ ਦੀ ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਉਹ 40 ਸਿੱਖ ਜੋ ਅਨੰਦਪੁਰ ਸਾਹਿਬ ਵਿੱਚ ਬੇਦਾਵਾ ਦੇ ਕੇ ਚਲੇ ਗਏ ਸੀ, ਸਭ ਮਾਫੀ ਮੰਗਣ ਲਈ ਵਾਪਸ ਆ ਰਹੇ ਸਨ। ਇਹ 40 ਸਿੰਘਾਂ ਦਾ ਜਥਾ ਮਰਦੇ ਦਮ ਤੱਕ ਗੁਰੂ ਸਾਹਿਬ ਦਾ ਸਾਥ ਦੇਣ ਦਾ ਫੈਸਲਾ ਕਰ ਚੁੱਕਾ ਸੀ। ਜਦੋਂ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਕਿ ਸੂਬਾ ਸਰਹੰਦ ਦੀਆਂ ਫੌਜਾਂ ਵਾਹੋ-ਦਾਹੀ ਪਿੱਛੇ ਆ ਰਹੀਆਂ ਹਨ, ਤਾਂ ਉਹਨਾਂ ਨੇ ਸੂਬਾ ਸਰਹੰਦ ਨੂੰ ਰਾਹ ਵਿੱਚ ਰੋਕਣ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ। ਆਪਣੀਆਂ ਚਾਦਰਾਂ ਅਤੇ ਹੋਰ ਕੱਪੜੇ ਦਰਖਤਾਂ ਉੱਤੇ ਇਸ ਤਰ੍ਹਾਂ ਟੰਗ ਦਿੱਤੇ ਤਾਂ ਕਿ ਦੂਰੋਂ ਪ੍ਰਤੀਤ ਹੋਏ ਕਿ ਫੌਜ ਤੰਬੂ ਤਾਣੇ ਡੇਰਾ ਲਗਾ ਕੇ ਬੈਠੀ ਹੈ। ਆਪ ਉਹ ਝਾੜੀਆਂ ਪਿੱਛੇ ਐਸੇ ਟਿਕਾਣਿਆਂ ਤੇ ਬੈਠ ਗਏ ਜਿੱਥੋਂ ਆਸਾਨੀ ਨਾਲ ਆਉਣ ਵਾਲੀ ਫੌਜ ਤੇ ਹਮਲਾ ਕਰ ਸਕਣ। ਜਦੋਂ ਵਜ਼ੀਰ ਖਾਂ ਦੀ ਫੌਜ ਮਾਰ ਹੇਠ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਨਾਲ ਸਵਾਗਤ ਕੀਤਾ। ਬੇਅੰਤ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਸ਼ਮ ਪਿਤਾ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਗਾ ਦਿੱਤੀ। ਬਹੁਤ ਸਾਰੇ ਦੁਸ਼ਮਣ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਦੁਸ਼ਮਣਾਂ ਉੱਪਰ ਟੁੱਟ ਪਏ। ਜਦੋਂ ਤੱਕ ਸਿੰਘਾਂ ਕੋਲ ਬਰੂਦ ਸਿੱਕਾ ਰਿਹਾ, ਵੈਰੀਆਂ ਨੂੰ ਢੁਕਣ ਨਹੀਂ ਦਿੱਤਾ। ਜਦੋਂ ਖਤਮ ਹੋ ਗਿਆ ਤਾਂ ਉਹ 5-5 ਜਥਿਆਂ ਵਿੱਚ ਆ ਕੇ ਸ਼ੇਰਾਂ ਵਾਂਗ ਟੁੱਟ ਪਏ। ਗੁਰੂ ਸਾਹਿਬ ਨੇ ਜਦੋਂ ਮਝੈਲਾਂ ਨੂੰ ਇਸ ਤਰ੍ਹਾਂ ਲੜਦੇ ਦੇਖਿਆ ਤਾਂ ਮਦਦ ਲਈ ਫੌਜ ਭੇਜ ਦਿੱਤੀ ਅਤੇ ਆਪ ਉੱਥੋਂ ਤੀਰ ਛੱਡਦੇ ਰਹੇ। ਇੱਥੇ ਜ਼ਿਕਰਯੋਗ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਕਮਾਨ ਵਰਤਦੇ ਸਨ ਉਹ 9 ਟੰਕ ਦੀ ਸੀ। ਇੱਕ ਟੰਕ ਵਿੱਚ 25 ਕਿਲੋ ਹੁੰਦੇ ਹਨ, ਭਾਵ ਇਸ ਕਮਾਨ ਨੂੰ ਚਲਾਉਣ ਲਈ ਕਰੀਬ 225 ਕਿਲੋ ਦਾ ਵਜ਼ਨ ਲੱਗਦਾ ਸੀ ਅਤੇ ਇਸ ਕਮਾਨ ਚੋਂ ਨਿਕਲਿਆ ਤੀਰ 13 ਮੀਲ ਤੱਕ ਦਾ ਸਫ਼ਰ ਤੈਅ ਕਰਦਾ ਸੀ। ਅੱਜ ਵੀ ਇਹ ਕਮਾਨ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵਿੱਚ ਸੁਰੱਖਿਅਤ ਹੈ। ਇਧਰ ਮਝੈਲਾਂ ਦੇ ਹੌਸਲੇ ਵੱਧ ਗਏ ਅਤੇ ਉਹ ਇਸ ਤਰ੍ਹਾਂ ਲੜਦੇ ਗਏ ਕਿ ਦੁਸ਼ਮਣਾਂ ਦੀ ਹੋਸ਼ ਟਿਕਾਣੇ ਆ ਗਈ। 40 ਦੇ 40 ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ ਅਤੇ ਮਾਈ ਭਾਗੋ ਜੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇੰਜ ਖਦਰਾਣੇ ਦੀ ਧਰਤੀ ਤੇ ਇਸ ਯੁੱਧ ਵਿੱਚ ਗੁਰੂ ਸਾਹਿਬ ਨੂੰ ਇਹਨਾਂ 40 ਸਿੰਘਾਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਅਤੇ ਦਲੇਰੀ ਦਾ ਸਬੂਤ ਦਿੱਤਾ। ਜਿੱਥੇ ਗੁਰੂ ਸਾਹਿਬ ਦਾ ਕਬਜ਼ਾ ਸੀ ਉੱਥੇ ਪਾਣੀ ਚਾਰੋਂ ਤਰਫੋਂ ਇਕੱਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਚੌਧਰੀ ਕਪੂਰੇ ਦੀ ਹਮਦਰਦੀ ਚਾਹੇ ਗੁਰੂ ਸਾਹਿਬ ਨਾਲ ਸੀ, ਪਰ ਉਹ ਵਜ਼ੀਰ ਖਾਨ ਦੀ ਫੌਜ ਨਾਲ ਆਇਆ ਸੀ। ਉਸਨੇ ਫੌਜ ਨੂੰ ਦੱਸਿਆ ਕਿ 30 ਮੀਲ ਦੀ ਦੂਰੀ ਤੱਕ ਪਾਣੀ ਨਹੀਂ ਹੈ। ਵੈਰੀ ਪਹਿਲਾਂ ਹੀ ਪਿਆਸ ਨਾਲ ਮਰ ਰਹੇ ਸਨ ਅਤੇ ਹੋਰ ਲੜਨ ਦੀ ਹਿੰਮਤ ਵਿੱਚ ਨਹੀਂ ਸਨ, ਸੋ ਉਹਨਾਂ ਨੇ ਪਿੱਛੇ ਪਰਤਣਾ ਹੀ ਠੀਕ ਸਮਝਿਆ। ਗੁਰੂ ਸਾਹਿਬ ਦੀ ਜਿੱਤ ਹੋਈ, ਅਕਾਲ ਪੁਰਖ ਦੀ ਜਿੱਤ ਹੋਈ। ਗੁਰੂ ਸਾਹਿਬ ਢਾਬ ਤੋਂ ਥੱਲੇ ਆਏ, ਅਕਾਲ ਪੁਰਖ ਦਾ ਧੰਨਵਾਦ ਕੀਤਾ। ਸ਼ਹੀਦ ਸਿੰਘਾਂ ਨੂੰ ਮੇਰਾ 5 ਹਜ਼ਾਰੀ, ਮੇਰਾ 10 ਹਜ਼ਾਰੀ ਕਹਿ ਕੇ ਨਵਾਜਿਆ। ਇੱਕ ਇੱਕ ਨੂੰ ਆਪਣੀ ਗੋਦੀ ਵਿੱਚ ਲਿਆ, ਉਹਨਾਂ ਦਾ ਮੂੰਹ ਸਾਫ਼ ਕੀਤਾ ਅਤੇ ਅਸੀਸਾਂ ਦਿੱਤੀਆਂ। ਆਖਿਰ ਗੁਰੂ ਸਾਹਿਬ ਭਾਈ ਮਹਾਂ ਸਿੰਘ ਕੋਲ ਆਏ। ਉਸਦੇ ਸਵਾਸ ਚੱਲ ਰਹੇ ਸਨ। ਗੁਰੂ ਸਾਹਿਬ ਨੇ ਮੂੰਹ ਵਿੱਚ ਪਾਣੀ ਪਾਇਆ ਤੇ ਮੂੰਹ ਸਾਫ਼ ਕੀਤਾ। ਜਦੋਂ ਭਾਈ ਮਹਾਂ ਸਿੰਘ ਨੂੰ ਥੋੜੀ ਹੋਸ਼ ਆਈ, ਗੁਰੂ ਸਾਹਿਬ ਨੇ ਉਸ ਦਾ ਅੰਤਿਮ ਸਾਹ ਜਾਣ ਕੇ ਕਿਹਾ ਕਿ ਕੁਝ ਮੰਗ ਲੈ। ਭਾਈ ਮਹਾਂ ਸਿੰਘ ਨੇ ਕਿਹਾ ਕਿ ਮਹਾਰਾਜ, ਮੇਰਾ ਸਿਰ ਤੁਹਾਡੀ ਗੋਦੀ ਵਿੱਚ ਹੈ, ਇਸ ਤੋਂ ਵੱਧ ਮੈਂ ਹੋਰ ਕੀ ਮੰਗਾਂ। ਉਸ ਦੇ ਅੱਖਾਂ ਵਿੱਚ ਅਥਰੂ ਸਨ। ਗੁਰੂ ਸਾਹਿਬ ਨੇ ਫਿਰ ਕਿਹਾ, ਸਿੱਖਾ ਕੁਝ ਮੰਗ ਲੈ। ਤਾਂ ਮਹਾਂ ਸਿੰਘ ਨੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਮਹਾਰਾਜ, ਜਿਹੜਾ ਬੇਦਾਵਾ ਅਸੀਂ ਤੁਹਾਨੂੰ ਦੇ ਕੇ ਆਏ ਸੀ ਉਹ ਪਾੜ ਦਿਓ। ਗੁਰੂ ਸਾਹਿਬ ਨੇ ਝੱਟ ਕਮਰ ਕਸੇ ਵਿੱਚੋਂ ਬੇਦਾਵਾ ਕੱਢਿਆ ਅਤੇ ਪਾੜ ਦਿੱਤਾ ਅਤੇ ਕਹਿਣ ਲੱਗੇ, ਬੇਦਾਵਾ ਨਾ ਤੁਸਾਂ ਨੇ ਦਿੱਤਾ ਸੀ, ਅਸਾਂ ਨੇ ਤਾਂ ਕਦੀ ਤੁਹਾਨੂੰ ਆਪਣੇ ਤੋਂ ਅਲੱਗ ਨਹੀਂ ਸੀ ਕੀਤਾ। ਭਾਈ ਮਹਾਂ ਸਿੰਘ ਜੀ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦੀ ਸਹਿਕ ਦੀ ਖਾਹਿਸ਼ ਨੂੰ ਜ਼ਿੰਦਗੀ ਦਿੱਤੀ। ਫਿਰ ਉਹ ਮਾਈ ਭਾਗੋ ਜੀ ਕੋਲ ਗਏ ਜੋ ਬੁਰੀ ਤਰ੍ਹਾਂ ਜ਼ਖਮੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਨਿਗਰਾਨੀ ਹੇਠ ਉਸ ਦਾ ਇਲਾਜ ਕਰਵਾਇਆ। ਮਾਈ ਭਾਗੋ ਦੇ ਪਤੀ ਅਤੇ ਦੋਵੇਂ ਭਰਾ ਇਸ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ। ਉਹ ਵਾਪਸ ਨਹੀਂ ਗਈ ਅਤੇ ਅੰਮ੍ਰਿਤ ਛਕ ਕੇ ਆਖਰੀ ਸਾਹ ਤੱਕ ਗੁਰੂ ਘਰ ਦੀ ਸੇਵਾ ਕਰਦੀ ਰਹੀ। ਗੁਰੂ ਸਾਹਿਬ ਨੇ ਇਹਨਾਂ 40 ਸ਼ਹੀਦਾਂ ਦਾ ਸੰਸਕਾਰ ਕਰਕੇ ਇਹਨਾਂ ਨੂੰ ਮੁਕਤੀ ਦਾ ਆਸ਼ੀਰਵਾਦ ਦਿੱਤਾ ਅਤੇ ਖਾਲਸਾ ਮੇਰੋ ਰੂਪ ਹੈ ਖਾਸ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰੋਵਰ ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ 'ਚ ਮੁਕਤਸਰ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾਵਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈ। ਇਸ ਜਗ੍ਹਾ ਦਾ ਨਾਮ ਗੁਰੂ ਸਾਹਿਬ ਨੇ ਆਪ ਮੁਕਤਸਰ ਰੱਖਿਆ। ਇਸ ਦਾ ਹਵਾਲਾ ਗੁਰ ਲਿਬਾਸ ਪਾਤਸ਼ਾਹੀ ਦਸਵੀਂ ਵਿੱਚ ਵੀ ਮਿਲਦਾ ਹੈ। ਸਿਰਦੈ ਜਬ ਮੁਕਤੈ ਸਰ ਲੜੈ, ਨਾਮ ਮੁਕਤਸਰ ਤਾਤੈ ਧਰੈ,
ਮਾਘ ਮਾਸ ਪਹਿਲੀ ਹੈ ਜਾਨੋ, ਬੜੋ ਨੀਰ ਤੇ ਜੁਧ ਪਛਾਨੋ। ਇਸ ਇਤਿਹਾਸਿਕ ਜੰਗ ਨੂੰ 3 ਸਦੀਆਂ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ, ਪਰ ਅੱਜ ਵੀ ਇਸ ਜੰਗ ਦੀ ਧਰਮ ਯੁੱਧ ਵਜੋਂ ਬੜੀ ਅਹਿਮੀਅਤ ਹੈ। ਮੁਕਤਸਰ ਸਾਹਿਬ ਵਿਖੇ ਯਾਦਗਾਰ ਵਜੋਂ ਗੁਰਦੁਆਰਾ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਮੁਗਲਾਂ ਅਤੇ ਸਿੱਖਾਂ ਦੀ ਜੰਗ ਦੌਰਾਨ ਤੀਰ ਛੱਡੇ ਸੀ, ਸ਼ਹੀਦੀ ਗੁਰਦੁਆਰਾ ਜਿੱਥੇ 40 ਮੁਕਤਿਆਂ ਅਤੇ ਸ਼ਹੀਦਾਂ ਦੀਆਂ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਗਿਆ ਸੀ, ਅਤੇ ਦਰਬਾਰ ਸਾਹਿਬ ਜਿੱਥੇ 40 ਮੁਕਤਿਆਂ ਨੂੰ ਮੁਕਤੀ ਦੀ ਦਾਤ ਦਿੱਤੀ ਸੀ। ਇੱਥੇ ਹੀ ਮਾਘੀ ਦੇ ਅਵਸਰ ਹਰ ਸਾਲ ਇਹਨਾਂ ਮੁਕਤਿਆਂ ਦੀ ਯਾਦ ਵਿੱਚ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਤੋਂ ਇਲਾਵਾ ਮੁਕਤਸਰ ਸਾਹਿਬ ਕੁਝ ਇਤਿਹਾਸਿਕ ਸਥਾਨ ਜਿਵੇਂ ਕਿ ਤੰਬੂ ਸਾਹਿਬ, ਇਸ ਸਥਾਨ ਤੇ 40 ਮੁਕਤਿਆਂ ਨੇ ਤੁਰਕਾਂ ਦੀ ਆਉਂਦੀ ਫੌਜ ਨੂੰ ਵੇਖ ਕੇ ਕਰੀੜ ਦੇ ਰੁੱਖਾਂ ਉੱਪਰ ਆਪਣੇ ਕੱਪੜੇ ਚਾਦਰੇ ਤਾਣ ਕੇ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਉਣ ਦਾ ਕੰਮ ਕੀਤਾ ਸੀ। ਐਸੇ ਤਰ੍ਹਾਂ ਮੁਕਤਸਰ ਸਾਹਿਬ ਵਿੱਚ ਗੁਰਦੁਆਰਾ ਦਾਤਨਸਰ ਸਾਹਿਬ ਇੱਕ ਹੋਰ ਯਾਦਗਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ 1705 ਈਸਵੀ ਵਿੱਚ ਟਿੱਬੀ ਸਾਹਿਬ ਆਏ ਸੀ ਤਾਂ ਸਵੇਰੇ ਦਾਤਨ ਕੀਤੀ ਸੀ। ਇਸ ਸਥਾਨ ਤੇ ਹੀ ਸੂਬਾ ਸਰਹੰਦ ਦੇ ਹੁਕਮ ਨਾਲ ਇੱਕ ਮੁਗਲ ਸੂਹੀਆ ਨੂਰਦੀਨ ਭੇਸ ਬਦਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਤਲ ਕਰਨ ਦੇ ਇਰਾਦੇ ਨਾਲ ਆਇਆ ਸੀ ਤੇ ਗੁਰੂ ਜੀ ਦੇ ਹੱਥੋਂ ਸਰਬਲੋਹ ਦੇ ਗੜਵੇ ਦੀ ਚੋਟ ਦੇ ਨਾਲ ਮਾਰਿਆ ਗਿਆ। ਸਿੱਖ ਸ਼ਰਧਾਲੂ ਇਸ ਕਬਰ ਦੀ ਸੇਵਾ 5-5 ਜੁੱਤੀਆਂ ਮਾਰ ਕੇ ਕਰਦੇ ਹਨ। ਟਿੱਬੀ ਸਾਹਿਬ ਤੋਂ ਉਤਰ ਕੇ ਗੁਰੂ ਸਾਹਿਬ ਦੇ ਖਿਦਰਾਣੇ ਦੀ ਰਣ ਭੂਮੀ ਵੱਲ ਚਾਲੇ ਪਾਉਣ ਸਮੇਂ ਘੋੜੇ ਦੀ ਰਕਾਬ ਤੇ ਕਦਮ ਰੱਖਦਿਆਂ ਹੀ ਰਕਾਬ ਟੁੱਟ ਗਈ। ਉਹੀ ਟੁੱਟੀ ਹੋਈ ਰਕਾਬ ਅੱਜ ਵੀ ਗੁਰਦੁਆਰਾ ਸਾਹਿਬ ਪਈ ਹੈ। ਹੁਣ ਸਰਕਾਰ ਵੱਲੋਂ ਇਸ ਸਥਾਨ ਤੇ ਮੁਕਤੇ ਮੀਨਾਰ ਦੀ ਉਸਾਰੀ ਕੀਤੀ ਗਈ ਹੈ, ਜਿਸ ਉੱਤੇ 40 ਮੁਕਤਿਆਂ ਦੇ ਨਾਮ ਇਸ ਪ੍ਰਕਾਰ ਲਿਖੇ ਹੋਏ ਹਨ।